ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ। ਚਲ ਮੂਰਤ ਅਨਭਉ ਪ੍ਰਕਾਸ਼ ਮੈਂ ਤੋਜ ਕਹੀ ਜਾਇ ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਨਤ ਸੁਮਤ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ। ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਪੀਖਿਆ ਪਾਏ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚਰਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ। ਕੈ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ। ਤੇਰਾ ਨਾਮ ਨਿਵੈ ਰਹਿ ਲਿਵ ਲਾਏ ਨਾਨਕ ਤਿਨ ਦਰ ਭੀਖਿਆ ਪਾਏ। ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲੈ। ਇਕ ਉਤਮ ਪੰਥ ਸੁਣਹੁ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਗੁਰ ਰਾਮਦਾਸ ਰਾਖੋ ਸ਼ਰਨਾ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰ ਸੋਹ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਨ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਦੂਜੈ ਭਾਏ ਬਿਲਾਵਲ ਨਾ ਹੋਵਾਈ। ਮਨ ਮੁਖ
थाए ना पाए। पाखंड भगत ना होवाई। पार ब्रह्म ना पाया जाए। दूजा पाए बिलावल ना होवाई। मन मुख थाए ना पाए। पाखंड भगत ना होवाई। पार ब्रह्म ना पाया जाए। मन हठ कर्म कमावणे। थाए ना कोई पाए। नानक गुरमुख आप विचारिया। विचों आप गवाए। आपे आप पार ब्रह्म है। पार ब्रह्म वस्या मन आए। जमन मरण कटिया। ज्योति ज्योत मिलाए। महला तीजा। बिलावल करहो तुम प्यारे हो। एकस स्यों लिवलाए। जन्म मरण दुख कटिया। सच्चे रह समाए। सदा बिलावल आनंद है। जे चल है सतगुर पाए। सत संगति बह भाओ कर। सदा हर के गुण गाए। नानक से जन सोहणे। जय गुरमुख मेल मिलाए। पौड़ी सबना जियां विच हर आप। सो भगतां का मित हार। सब कोई हर कै वस। भगतां कै आनंद घर। हर भगतां का मेली सरबत। सौ निसुल जन टांग धार। हर सबना का है खसम। सो भगत जन चित कर। तुद अपड़ कोय ना सकै। सब झाख झाख पावै झाड़। हर सबना का है खसम। सो भगत जन चित कर।
ਤੁਧ ਆਪੜ ਕੋਇ ਨਾ ਸਕੈ, ਸਭ ਝਾਖ ਝਾਖ ਪਾਵੈ ਝਾੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ। सतगुरु गुरुदेव महाराज जियों की पावन पवित्र मुबारक हजूरी अंदर रब्बी इलाही बाणी पावन आसा की वार दे कीर्तन श्रवण कीते हन। अमृत वेले आए हुए पावन श्री मुखवाक जी का पाठ श्रवण कीता है। साहिब धन धन श्री गुरु अमरदास महाराज जी, ਸਾਹਿਬ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰਦੇਵ ਜੀ, ਸਤਿਗੁਰੂ ਗੁਰੂ ਸਾਹਿਬਾਨ ਤੀਸਰੇ ਪਾਤਸ਼ਾਹ ਤਥਾ ਚੌਥੇ ਪਾਤਸ਼ਾਹ ਜੀ ਕੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਪਾਠ ਸਰਵਣ ਕੀਤਾ ਜੋ ਅੰਮ੍ਰਿਤ ਵੇਲੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਮੇਰੇ ਪਾਤਸ਼ਾਹ ਜੀ ਨੇ ਸ਼੍ਰੀ ਮੁਖਵਾਕ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। जिस पर करण ते साध संगत जियो विचार होनी है। तीसरे पातशाह जियां ने बख्शिश कीती कि हे भाई, अंदर दा आत्मक आनंद ना बनन दा कारण की है। वो तीसरे पातशाह महाराज जी पावन पवित्र सलोकां विच बख्शिश करदे हन कि हे भाई, जे आत्मक दा आनंद आत्मक खेड़ा नहीं बनिया, ਉਹਦੇ ਪਿੱਛੇ ਕਾਰਨ ਕੀ ਹੈ। ਕਰਤਾ ਰਹੇ ਹਾਂ ਤੁਰੇ ਹਾਂ ਲੰਮੇ ਸਮੇਂ ਤੋਂ, ਪਰ ਉਹ ਖੇੜਾ ਉਹ ਰੰਗ ਉਹ ਪਰਮਾਤਮਾ ਦੀ ਪਾਵਨ ਪਵਿੱਤਰ ਬਾਣੀ ਦਾ ਜਿਹੜਾ ਆਤਮਿਕ ਆਨੰਦ ਬੰਨਾ ਸੀ ਉਹ ਨਹੀਂ ਬਣਿਆ। ਸਤਿਗੁਰੂ ਜੀ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਵਿੱਚ ਉਹਦਾ ਕਾਰਨ ਪਏ ਦੱਸਦੇ ਹਨ। ਪੌੜੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜਿਹੜੇ ਉਹਦੇ ਭਗਤ ਜਨ ਹਨ ਉਹ ਇਸੇ ਆਸੇ ਨਾਲ ਜਿਉਂਦੇ ਹਨ, ਇਸੇ ਆਸ ਦੇ ਨਾਲ ਜਿਉਂਦੇ ਹਨ ਕਿ ਉਹ ਪਰਿਪੂਰਨ ਪਰਮਾਤਮਾ ਸਿਰ ਦੇ ਉੱਪਰ ਸਾਈਂ ਹੈ। ਤੇ ਜਦੋਂ ਉਹ ਸਿਰ ਦੇ ਉੱਪਰ ਸਾਈਂ ਹੈ, ਕਹਿੰਦੇ ਫਿਰ ਸਾਨੂੰ ਕੋਈ ਵੀ ਪਰਵਾਹ ਨਹੀਂ। ਪਰਵਾਹ ਨਾਹੀ ਕਿਸੈ ਕੇਰੀ ਬਾਝ ਸੱਚੈ ਨਾ। ਉਹ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਜਿਹੜੇ ਸਤਿਕਾਰਯੋਗ ਭਗਤ ਸਹਿਬਾਨ ਹਨ, ਮਾਲਕ ਦੇ ਭਗਤ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਉਹ ਤਾਂ ਇੰਨੇ ਬੇਪਰਵਾਹ ਨੇ, ਉਹਨਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ। ਉਹ ਭਗਤ ਜਨ ਪਰਮਾਤਮਾ ਦੇ ਆਸ਼ੇ ਨਾਲ ਆਸ਼ੇ ਅਨੁਸਾਰ ਉਹਦੇ ਹੁਕਮ ਉਹਦੀ ਰਜ਼ਾ ਅਨੁਸਾਰ ਜਿਉਂਦੇ ਨੇ। ਕਿਉਂ? ਪਤਾ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਿਰ ਦਾ ਸਾਈਂ ਆਪ ਰੱਖਿਅਕ ਹੈ। ਸਾਧ ਸੰਗਤ ਜੀਓ, ਦੋ ਨੁਕਤਿਆਂ ਤੇ ਵਿਚਾਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਆਓ ਗੁਰਮੁਖੋ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਆਸੀਸ, ਕੋਈ ਭਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਦੂਜੈ ਭਾਏ ਬਿਲਾਵਲ ਨਾ ਹੋਵਈ, ਮਨ ਮੁਖ ਥਾਏ ਨਾ ਪਾਏ। ਸ਼ਲੋਕ ਦੇ ਉਚਾਰਨ ਕਰਤਾ ਤੀਸਰੇ ਪਾਤਸ਼ਾਹ ਤਥਾ ਜੋ ਮੁਬਾਰਕ ਬਚਨ ਹਨ ਸਾਧ ਸੰਗਤ ਜੀਓ ਰਾਗ ਬਿਲਾਵਲ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਓ ਕੀ ਵਾਰ ਉਚਾਰਨ ਕੀਤੀ ਹੋਈ ਹੈ। 849 ਅੰਗ ਤੋਂ ਆਰੰਭ ਹੁੰਦੀ ਹੈ। ਵਾਰ ਦੇ ਅੰਦਰ ਪਹਿਲਾਂ ਪੌੜੀਆਂ ਦਾ ਸਵਰੂਪ ਸੀ। ਸ਼ਲੋਕ ਬਾਅਦ ਵਿੱਚ ਮਹਾਰਾਜ ਜੀਆਂ ਨੇ ਪੌੜੀਆਂ ਦੇ ਪ੍ਰਕਰਨ ਅਨੁਸਾਰ ਚੜਾਏ ਹਨ। ਜਿਹੜੇ ਪਾਵਨ ਪਵਿੱਤਰ ਸ਼ਲੋਕ ਪੌੜੀਆਂ ਵਾਰਾਂ ਦੇ ਅੰਦਰ ਅੰਕਿਤ ਕਰਨ ਤੋਂ ਰਹਿ ਗਏ, ਇਉਂ ਕਹਿ ਲਈਏ ਵੀ ਵਾਰਾਂ ਤੋਂ ਵਧੇਕ ਜਿਹੜੇ ਰਹਿ ਗਏ, ਮੇਰੇ ਪਾਤਸ਼ਾਹ ਜੀਆਂ ਨੇ ਬਾਣੀ ਦਾ ਸਿਰਲੇਖ ਇੱਕ ਰੱਖਿਆ ਸ਼ਲੋਕ ਵਾਰਾਂ ਤੇ ਵਧੇਕ, ਵੀ ਜਿਹੜੇ ਪਾਵਨ ਪਵਿੱਤਰ ਸ਼ਲੋਕ ਵਾਰਾਂ ਵਿੱਚ ਅੰਕਿਤ ਕਰਨ ਤੋਂ ਰਹਿ ਗਏ ਉਹ ਵਾਧੂ, ਉਹਨਾਂ ਪਾਵਨ ਪਵਿੱਤਰ ਸ਼ਲੋਕਾਂ ਨੂੰ ਸਤਿਗੁਰੂ ਜੀਆਂ ਨੇ ਸਮਾਪਤੀ ਤੇ 1410 ਅੰਗ ਤੋਂ ਲੈ ਕਰਕੇ 1425 ਅੰਗ ਤੱਕ 26 ਤੱਕ ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਵਿੱਚ ਰੱਖਿਆ ਹੈ। ਪਹਿਲੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ ਤਥਾ ਪੰਜਵੇਂ ਗੁਰਦੇਵ ਮਹਾਰਾਜ ਜੀ। ਸ਼ਲੋਕ ਮਹਾਰਾਜ ਜੀਆਂ ਨੇ ਰਹਿਮਤ ਕੀਤੀ। ਰਾਗ ਬਿਲਾਵਲ ਹੈ ਸਾਧ ਸੰਗਤ ਜੀ। ਬਿਲਾਵਲ ਜਿਹੜਾ ਰਾਗ ਹੈ ਇਹ ਖੁਸ਼ੀ ਦਾ ਰਾਗ ਹੈ। ਜਿਵੇਂ ਮਾਰੂ ਰਾਗ ਦੇ ਅੰਦਰ ਮਾਰੂ ਜਦੋਂ ਕੋਈ ਚੜ੍ਹਾਈ ਕਰ ਜਾਏ ਤੇ ਜਿਹੜੀ ਫਿਰ ਉਹਦੀ ਲੈ ਤਾਲ ਹੈ, ਉਹ ਮਾਰੂ ਰਾਗ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰੇ ਉਹ ਉਸ ਵਕਤ ਉਹਨੂੰ ਗਾਇਆ ਗਿਆ। ਬਿਲਾਵਲ ਦਾ ਭਾਵ ਇਹ ਹੈ ਗੁਰਮੁਖੋ ਵੀ ਖੁਸ਼ੀ ਦਾ, ਖੇੜੇ ਦਾ ਸਮਾਂ। ਭਾਵਾਂ ਕਿ ਇਹ ਮੁਸਲਮਾਨੀ ਰਾਗ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਮਹਾਰਾਜ ਜੀਆਂ ਨੇ ਗਾਇਨ ਕੀਤਾ। ਇਹਨੂੰ ਗਾਉਣ ਦਾ ਸਮਾਂ, ਇਸ ਰਾਗ ਨੂੰ ਗਾਉਣ ਦਾ ਸਮਾਂ ਦਿਨ ਦੇ ਦੂਜੇ ਪਹਿਰ ਤੋਂ ਪ੍ਰਾਰੰਭ ਹੁੰਦਾ ਹੈ। ਜਿਵੇਂ ਹੁਣ ਕਥਾ ਤੋਂ ਉਪਰੰਤ ਜਿਹੜੀ ਚੌਂਕੀ ਆਰੰਭ ਹੋਵੇਗੀ ਦਰਬਾਰ ਸਾਹਿਬ ਦੇ ਅੰਦਰ ਵੀ, ਇੱਥੇ ਵੀ ਇਹਨੂੰ ਕਹਿੰਦੇ ਹਨ ਬਿਲਾਵਲ ਦੀ ਚੌਂਕੀ, ਕਿਉਂਕਿ ਬਿਲਾਵਲ ਰਾਗ ਗਾਉਣ ਦਾ ਸਮਾਂ ਹੈ। ਇੱਥੇ ਜਿਹੜੇ ਬਿਲਾਵਲ ਦੇ ਅਰਥ ਕੀਤੇ, ਸ਼ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਸ਼ਬਦ ਦੇ ਸ਼ਲੋਕ ਦੇ ਉਚਾਰਨ ਕਰਤਾ ਹਨ। ਦੂਜਾ ਭਾਏ ਬਿਲਾਵਲ ਨਾ ਹੋਵਈ। ਦੂਜਾ ਭਾਏ ਕਹਿੰਦੇ ਨੇ ਦੂਸਰੇ ਪ੍ਰੇਮ ਦੇ ਅੰਦਰ। ਪਹਿਲਾ ਪ੍ਰੇਮ ਕਿਹੜਾ ਹੈ ਜੀ? ਪਹਿਲਾ ਪ੍ਰੇਮ ਹੈ ਪਰਿਪੂਰਨ ਪਰਮਾਤਮਾ ਜੀ ਦਾ ਸਨੇਹ। ਦੂਜਾ ਭਾਏ ਦੂਸਰਾ ਪ੍ਰੇਮ ਹੈ ਆ ਸੰਸਾਰ ਦਾ ਪ੍ਰੇਮ, ਆ ਸੰਸਾਰ ਦਾ ਸਨੇਹ। ਉਹ ਭਾਵੇਂ ਧਨ ਦੌਲਤ ਦਾ ਸਨੇਹ ਹੋਵੇ, ਭਾਵੇਂ ਉਹ ਧੀਆਂ ਪੁੱਤਰਾਂ ਦਾ ਸਨੇਹ ਹੋਵੇ, ਤਥਾ ਭਾਵੇਂ ਕੋਈ ਵੀ ਉਹ ਸਨੇਹ ਜੋ ਪਰਮਾਤਮਾ ਤੋਂ ਬਿਨਾਂ ਜੋ ਦੂਸਰਾ ਹੋਵੇ। ਦੂਜਾ ਭਾਏ ਬਿਲਾਵਲ ਨਾ ਹੋਵਈ। ਬਿਲਾਵਲ ਨਾ ਹੋਵਈ ਤੋਂ ਭਾਵ ਹੈ ਸਾਧ ਸੰਗਤ ਜੀ ਆਤਮਕ ਆਨੰਦ ਨਹੀਂ ਬਣਦਾ। ਹੁਣ ਕੋਈ ਗੁਰਮੁਖ ਪਿਆਰਾ ਇਹ ਬੋਲ ਕਹਿ ਦਵੇ ਬਈ ਮੈਨੂੰ ਆਤਮਕ ਆਨੰਦ, ਮੈਨੂੰ ਸੰਸਾਰ ਦੇ ਅੰਦਰ ਆਨੰਦ ਨਹੀਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬਚਨ ਪਏ ਕਰਦੇ ਹਨ ਕਿ ਹੇ ਭਾਈ, ਦੂਜੇ ਭਾਅ ਦੇ ਅੰਦਰ ਬਿਲਾਵਲ ਹੋਵੇ ਹੀ ਨਹੀਂ ਸਕਦਾ, ਕਿਉਂਕਿ ਜਿਹੜੀ ਉਹ ਪ੍ਰੀਤ ਹੈ ਉਹ ਪ੍ਰੀਤ ਹੀ ਨਾਸ਼ਮਾਨ ਹੈ। ਉਹ ਪ੍ਰੀਤ ਸਦੀਵੀ ਹੈ ਹੀ ਨਹੀਂ, ਉਹ ਪ੍ਰੀਤ ਨਾਸ਼ਵਾਨ ਹੈ। ਜਦੋਂ ਪ੍ਰੀਤ ਨਾਸ਼ਵਾਨ ਹੈ ਬਿਲਾਵਲ ਬਣੇਗਾ ਕਿਵੇਂ? ਦੂਜਾ ਭਾਏ ਬਿਲਾਵਲ ਨਾ ਹੋਵਈ। ਮਹਾਰਾਜ ਕਹਿੰਦੇ ਭਾਈ ਉਹ ਆਤਮਕ ਆਨੰਦ, ਉਹ ਆਤਮਕ ਖੇੜਾ ਦੂਜੇ ਭਾਏ ਵਿੱਚ, ਦੂਸਰੇ ਪ੍ਰੇਮ ਦੇ ਅੰਦਰ ਹੋ ਹੀ ਨਹੀਂ ਸਕਦਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਭਾਦੋਂਏ ਭਰਮ ਭੁਲਾਣੀਆਂ ਸ਼ਬਦ ਵਰਤਦੇ ਨੇ ਭਾਦਰੋਂ ਦੇ ਮਹੀਨੇ ਅੰਦਰ, ਭਾਦੋਂਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਵਿਨਸਸੀ ਤਿਤ ਵੇਲਾ, ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ, ਹੱਥ ਮਰੋੜਾ ਤਨ ਕਪੈ ਸਿਆਓ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਸਤਿਗੁਰੂ ਜੀ ਨੇ ਆਰੰਭਤਾ ਕੀਤੀ ਭਾਦੋਏ। ਭਾਦੋਏ ਦਾ ਭਾਵ ਵੀ ਇੱਥੇ ਇਹੋ ਹੈ, ਦੂਸਰਾ ਪ੍ਰੇਮ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਜਿਹੜਾ ਪ੍ਰੇਮ ਸੀ ਉਹ ਦੂਜੇ ਨਾਲ ਜੋੜ ਲਿਆ, ਇੱਕ ਤੋਂ ਬਿਨਾ ਪਰਿਪੂਰਨ ਪਰਮਾਤਮਾ ਤੋਂ ਬਿਨਾ ਦੂਸਰੇ ਨਾਲ ਜੋੜਿਆ। ਮਹਾਰਾਜ ਇਹਨੂੰ ਕਹਿੰਦੇ ਹਨ ਦੂਜਾ ਭਾਏ ਬਿਲਾਵਲ ਨਾ ਹੋਵਈ। ਭਾਵੇਂ ਕੋਈ ਲੱਖ ਯਤਨ ਕਰ ਲਵੇ ਕਿ ਮੈਂ ਇਸ ਪ੍ਰੇਮ ਦੇ ਵਿੱਚੋਂ, ਮੈਂ ਇਸ ਸਨੇਹ ਦੇ ਵਿੱਚੋਂ ਸਦੀਵੀ ਆਨੰਦ ਮਾਣ ਸਕਾਂ, ਮਹਾਰਾਜ ਕਹਿੰਦੇ ਭਾਈ ਨਹੀਂ। ਜਿਹਦਾ ਪ੍ਰੇਮ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਬਣ ਗਿਆ ਹੈ, ਉਹਨੂੰ ਫਿਰ ਕੋਈ ਦੁਨਿਆਵੀ ਪ੍ਰੇਮ ਉਹਨੂੰ ਚੰਗਾ ਨਹੀਂ ਲੱਗਦਾ। ਜਿਹਦਾ ਇੱਕ ਪ੍ਰੇਮ ਮਾਲਕ ਜੀ ਦੇ ਨਾਲ ਲੱਗ ਗਿਆ। ਇੱਕ ਪਾਵਨ ਪਵਿੱਤਰ ਆਪਾਂ ਪੌੜੀ ਪੜ੍ਹਨੇ ਹਾਣਾ ਸਤਿਗੁਰੂ ਜੀਆਂ ਦੀ ਜੈਤਸਰੀ ਰਾਗ ਦੇ ਜੈਤਸਰੀ ਕੀ ਵਾਰ ਦੇ ਅੰਦਰ, ਬਸਤਾ ਤੁੰਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹਦੇ ਕੋਲ ਕੀ ਹੈ? ਉਹਦੇ ਕੋਲ ਸੰਸਾਰ ਦੇ ਲੋਕ ਵੀ ਨਹੀਂ ਖਲੋਂਦੇ, ਉਹਦੇ ਕੋਲ ਕੋਈ ਦੁਨਿਆਵੀ ਧਨ ਦੌਲਤ ਸੰਪਦਾ ਵੀ ਨਹੀਂ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਤਾਂ ਤਸ਼ਬੀਹ ਦਿੱਤੀ, ਭਾਈ ਉਹ ਤਾਂ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ। ਰਾਜਾ ਕਹੀਏ ਵੀ ਉਹ ਤਾਂ ਮਾਲਕ ਹੈ ਸਾਰੇ ਪਾਸੇ। ਮਹਾਰਾਜ ਉਹਦੇ ਕੋਲ ਤਾਂ ਰਹਿਣ ਵਾਸਤੇ ਘਰ ਵੀ ਨਹੀਂ ਹਨ। ਮਹਾਰਾਜ ਉਹਦੇ ਕੋਲ ਤਾਂ ਲੋਕ ਵੀ ਨਹੀਂ ਖਲੋਂਦੇ। ਮਹਾਰਾਜ ਕਹਿੰਦੇ ਨਹੀਂ, ਜਿਹਦਾ ਪ੍ਰੇਮ ਇੱਕ ਦੇ ਨਾਲ ਜੁੜਿਆ ਹੈ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ, ਉਹ ਸਾਰਿਆਂ ਤੋਂ ਸ੍ਰੇਸ਼ਟ ਹੈ। ਕਿਉਂ? ਕਿਉਂਕਿ ਜੋੜਿਆ ਉਹਨੇ ਇੱਕ ਦੇ ਨਾਲ ਸਨੇਹ ਹੈ ਉਸ ਪਰਿਪੂਰਨ ਪਰਮਾਤਮਾ ਨਾਲ। ਇਥੇ ਰਹਿਮਤ ਕੀਤੀ ਦੂਜਾ ਭਾਏ ਬਿਲਾਵਲ ਨਾ ਹੋਵਈ। ਮਹਾਰਾਜ ਕਹਿੰਦੇ ਭਾਈ ਸੱਜਣੋ, ਜੇ ਲੋਚਾ ਹੈ, ਜੇ ਇੱਛਾ ਹੈ ਅੰਦਰ ਦੀ ਕਿ ਆਤਮਕ ਆਨੰਦ ਆਤਮਕ ਖੇੜਾ ਹੋਵੇ, ਉਹ ਹੋਵੇਗਾ ਪਰਿਪੂਰਨ ਪਰਮਾਤਮਾ ਦੇ ਇੱਕ ਦੇ ਪ੍ਰੇਮ ਦੇ ਵਿੱਚੋਂ। ਜੇ ਮਹਾਰਾਜੀਆਂ ਦੇ ਪਾਵਨ ਪਵਿੱਤਰ ਬਾਣੀ ਵਿੱਚੋਂ ਆਸਾ ਦੀ ਵਾਰ ਦੇ ਵਿੱਚੋਂ ਪਾਵਨ ਪਵਿੱਤਰ ਸ਼ਲੋਕ ਪੜ੍ਹਨੇ ਹਨ, ਮਹਾਰਾਜ ਕਹਿੰਦੇ ਬੀਜ ਵੀ ਜੇ ਇੱਕ ਹੋਵੇ ਉਹ ਉਗਦਾ ਹੈ, ਦੁਫਾੜ ਬੀਜ ਵੀ ਨਹੀਂ ਉਗਦਾ। ਜੇ ਬੀਜ ਸਾਬਤ ਹੋਵੇਗਾ ਉਹਨੂੰ ਹੀ ਰੰਗ ਲੱਗੇਗਾ, ਉਹ ਬੀਜ ਉਗੇਗਾ। ਜੇ ਬੀਜ ਵੀ ਦੁਫਾੜ ਹੋ ਜਾਏ ਉਹ ਵੀ ਨਹੀਂ ਉਗਦਾ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ। ਇੱਥੇ ਮਹਾਰਾਜ ਕਹਿੰਦੇ ਸਜਣਾ, ਕਿਵੇਂ ਦੂਸਰੇ ਪ੍ਰੇਮ ਦੇ ਵਿੱਚੋਂ ਤੂੰ ਪਰਿਪੂਰਨ ਪਰਮਾਤਮਾ ਦਾ ਰੰਗ ਕਿਵੇਂ ਲੱਭ ਲਵੇਂਗਾ? ਦੂਸਰੇ ਪਿਆਰ ਦੇ ਵਿੱਚੋਂ। ਉਹ ਭਾਵੇਂ ਦੁਨਿਆਵੀ ਪ੍ਰੇਮ ਹੋਵੇ, ਭਾਵੇਂ ਉਹ ਸੰਸਾਰ ਦੇ ਅੰਦਰ ਆਪਣੀ ਧਨ ਦੌਲਤ ਇਹਦੇ ਨਾਲ ਮਨੁੱਖ ਨੇ ਸਨੇਹ ਕੀਤਾ ਹੋਵੇ, ਮਹਾਰਾਜ ਕਹਿੰਦੇ ਭਾਈ ਥਾਂ ਕੋਈ ਨਹੀਂ ਮਿਲਣੀ। ਦੂਜਾ ਭਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ। ਮਨਮੁਖ ਮਨ ਦੇ ਮਤ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਥਾਏ ਨਾ ਪਾਏ, ਭਾਵ ਕੋਈ ਵੀ ਢੋਈ ਉਹਨੂੰ ਨਹੀਂ ਨਸੀਬ ਹੁੰਦੀ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਔਰ ਸਤਿਗੁਰੂ ਜੀ ਨੇ ਰਹਿਮਤ ਕੀਤੀ ਤੀਸਰੇ ਪਾਤਸ਼ਾਹ ਜੀਆਂ ਨੇ। ਮਹਾਰਾਜ ਬਖਸ਼ਿਸ਼ ਕਰਦੇ ਹਨ, ਹੇ ਦੁਨੀਆ ਦੇ ਲੋਕੋ, ਇਹ ਵੀ ਗੱਲ ਪੇੜ ਪੱਲੇ ਆਪਾਂ ਬੰਨ ਲਈਏ ਵੀ ਪਰਮਾਤਮਾ ਦੀ ਭਗਤੀ ਪਖੰਡ ਦੇ ਨਾਲ ਤਾਂ ਹੋ ਹੀ ਨਹੀਂ ਸਕਦੀ। ਪਾਖੰਡ ਭਗਤ ਨਾ ਹੋਵਈ, ਪਾਖੰਡ ਦੇ ਨਾਲ ਪਰਿਪੂਰਨ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ। ਕਿਉਂਕਿ ਪਾਖੰਡ ਤਾਂ ਚਲੋ ਦੁਨੀਆ ਦੇ ਲੋਕ ਤਾਂ ਚਲੋ ਪਾਖੰਡ ਦੇ ਨਾਲ ਰਿਝਾ ਲਵਾਂਗੇ,
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਰਿਪੂਰਨ ਪਰਮਾਤਮਾ ਨੂੰ ਕਿਵੇਂ ਰਜਾਓਗੇ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਰੱਬ ਦੇ ਘਰ ਦੇ ਅੰਦਰ ਪਾਖੰਡ ਦੇ ਨਾਲ ਨਹੀਂ। ਮਹਾਰਾਜੀਆਂ ਨੇ ਪਾਵਨ ਪਵਿੱਤਰ ਸ਼ਬਦ ਕਹੇ ਨਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਮਹਾਰਾਜ ਕਹਿੰਦੇ ਜੇ ਅੰਦਰ ਪਖੰਡ ਹੈ, ਜੇ ਅੰਦਰ ਕਪਟ ਹੈ। ਪਾਤਸ਼ਾਹ ਕਹਿੰਦੇ ਤੂੰ ਬਾਣੀ ਪੜ੍ਹ ਥੋੜਾ ਰਿਹਾ ਹੈ। ਪਾਤਸ਼ਾਹ ਕਹਿੰਦੇ ਤੂੰ ਬਾਣੀ ਗਾ ਥੋੜਾ ਰਿਹਾ, ਤੂੰ ਤਾਂ ਰੋ ਰਿਹਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਉਹ ਕਰਤਾ ਜਿਹਦੇ ਗੁਣ ਪਏ ਬੈਠ ਕੇ ਗਾਉਂਦੇ ਹਾਂ। ਮਹਾਰਾਜ ਕਹਿੰਦੇ ਭਾਈ ਸੱਜਣਾ ਉਹ ਤਾਂ ਜਾਣਦਾ ਹੈ ਨਾ। ਚਲੋ ਦੁਨੀਆ ਨਹੀਂ ਜਾਣਦੀ, ਦੁਨੀਆ ਤੋਂ ਓਲਾ ਰੱਖ ਲਵੇਂਗਾ, ਆਪਣੇ ਜੀਵਨ ਸਾਥੀ ਤੋਂ ਓਲਾ ਰੱਖ ਲਵੇਂਗਾ, ਧੀਆਂ ਪੁੱਤਰਾਂ ਤੋਂ ਓਲਾ ਰੱਖ ਲਵੇਂਗਾ। ਦੱਸ ਉਹ ਸੱਜਣਾ ਜਿਹਦੇ ਕੋਲ ਤੂੰ ਬੈਠਾ ਹੈ ਉਹਦੇ ਕੋਲੋਂ ਤੂੰ ਕਿਵੇਂ ਓਲਾ ਰੱਖੇਂਗਾ। ਪਾਖੰਡ ਭਗਤ ਨਾ ਹੋਵੀ। ਇੱਥੇ ਭਗਤ ਦੇ ਤੱਤੇ ਨੂੰ ਨਾਲ ਸਿਹਾਰੀ, ਪਾਖੰਡ ਦੇ ਨਾਲ ਮਹਾਰਾਜੀਆਂ ਦੀ ਭਗਤੀ ਨਹੀਂ ਹੋਣੀ, ਮਾਲਕ ਦੀ ਭਗਤੀ ਇਸ ਤਰੀਕੇ ਨਾਲ ਨਹੀਂ ਹੋਣੀ। ਗੁਰਦੇਵ ਮਹਾਰਾਜ ਜੀਆਂ ਨੇ ਭਾਵੇਂ ਉਹ ਉਦਾਹਰਨਾਂ ਬਗਲੇ ਦੀਆਂ ਦਿੱਤੀਆਂ, ਤੀਸਰੇ ਪਾਤਸ਼ਾਹ ਜੀਆਂ ਦੇ ਹੀ ਪਾਵਨ ਪਵਿੱਤਰ ਬਚਨ ਹਨ ਵਡਹੰਸ ਰਾਗ ਦੇ ਅੰਦਰ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ। ਹੰਸਾਂ ਵੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਮਹਾਰਾਜ ਜੀਆਂ ਨੇ ਉੱਥੇ ਪਾਖੰਡ ਦੀ ਗੱਲ ਕੀਤੀ। ਗੁਰਦੇਵ ਮਹਾਰਾਜ ਜੀਆਂ ਨੇ ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਗੁਰਦੇਵ ਜੀ ਮਹਾਰਾਜ ਲੱਗੇ ਕਹਿਣ, ਹੇ ਭਾਈ ਹੇ ਸਜਣੋ, ਪਾਖੰਡ ਦੇ ਨਾਲ ਪਰਿਪੂਰਨ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ। ਕਿਉਂਕਿ ਜਿਸ ਦੀ ਭਗਤੀ ਪਏ ਕਰਦੇ ਹਾਂ ਉਹਨੂੰ ਤਾਂ ਪਤਾ ਹੈ ਨਾ, ਉਸ ਪਰਿਪੂਰਨ ਪਰਮਾਤਮਾ ਨੂੰ ਤਾਂ ਪਤਾ ਹੈ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ। ਕੋਈ ਕਿਸ ਪਾਸੇ ਨੂੰ ਤੁਰਿਆ, ਕੋਈ ਕਿਸ ਪਾਸੇ ਨੂੰ ਤੁਰਿਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੀਕਾ ਦੱਸਦੇ ਹਨ। ਮਨ ਹਠ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਮਹਾਰਾਜ ਜੀ ਨੇ ਰਹਿਮਤ ਕੀਤੀ, ਹੈ ਭਾਈ ਮਨ ਹਠ, ਮਨ ਦੇ ਹੱਠ ਦੇ ਨਾਲ, ਮਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ। ਇੱਕ ਜਿਹੜੇ ਮਨ ਦੇ ਹੱਠ ਦੇ ਨਾਲ, ਕਿਉਂਕਿ ਮਨ ਦਾ ਹੱਠ ਹੋਵੇਗਾ ਤੇ ਜੀਵ ਉੱਠੇਗਾ। ਪਰ ਮਾਲਕ ਜੀ ਦੀ ਬਾਣੀ ਨੂੰ ਗਾਉਣਾ ਬਈ ਮੈਨੂੰ ਪੜ੍ਹਨੀ ਪੈਣੀ ਹੈ, ਨਿਤਨੇਮ ਮੈਨੂੰ ਕਰਨਾ ਪੈਣਾ ਹੈ। ਨਿਤਨੇਮ ਦੀ ਪਾਵਨ ਪਵਿੱਤਰ ਬਾਣੀ ਇੱਕ ਤਾਂ ਕਰਨੀ ਪ੍ਰੇਮ ਦੇ ਨਾਲ, ਇੱਕ ਜੀਵ ਕਰ ਰਿਹਾ ਹੈ ਵੀ ਮੈਨੂੰ ਤਾਂ ਕਰਨੀ ਪੈਣੀ ਹੈ, ਮੈਨੂੰ ਪੰਜ ਪਿਆਰੇ ਸਾਹਿਬਾਨ ਨੇ ਹੁਕਮ ਕੀਤਾ ਕਰਨੀ ਪੈਣੀ ਹੈ। ਇਹਦੇ ਦੋਵਾਂ ਦੇ ਅੰਦਰ ਸਾਧ ਸੰਗਤ ਜੀਓ ਫਰਕ ਹੈ। ਇਹਨੂੰ ਮੇਰੇ ਪਾਤਸ਼ਾਹ ਜੀਆਂ ਨੇ ਬਾਣੀ ਵਿੱਚ ਹੀ ਰਹਿਮਤ ਕੀਤੀ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਆ ਨਾਨਕ ਕਾਰਜ ਸਾਰ। ਤੇ ਫਿਰ ਇਹਦੇ ਵਾਸਤੇ ਭਾਈ ਸਾਹਿਬ ਕਰੀਏ ਕੀ? ਇਹਦੇ ਵਾਸਤੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ। ਮਨ ਦੇ ਹੱਠ ਨਾਲ ਜੀਵ ਉੱਠ ਤਾਂ ਪਏਗਾ, ਪਰ ਮਨ ਦੇ ਹੱਠ ਦੇ ਨਾਲ ਬਾਣੀ ਨਹੀਂ ਪੜੀ ਜਾਣੀ। ਹਾਂ, ਬਾਣੀ ਪੜੀ ਜਾਏਗੀ ਪ੍ਰਭੂ ਦੇ ਪ੍ਰੇਮ ਦੇ ਅੰਦਰ, ਜੇ ਉਹ ਰਹਿਮਤ ਕਰ ਦਵੇ, ਕੋਈ ਸਾਈ ਘੜੀ ਸਲਖਣੀ ਉਹ ਬਖਸ਼ ਦਵੇ। ਮਾਲਕ ਜੀ ਦੇ ਪ੍ਰੇਮ ਦੇ ਨਾਲ ਪਾਵਨ ਪਵਿੱਤਰ ਬਾਣੀ ਮਾਲਕ ਜੀ ਦੇ ਗੁਣਾਂ ਨੂੰ ਗਾ ਸਕੀਏ। ਮਨ ਹੱਠ ਕਰਮ ਕਮਾਵਨੇ, ਉਹ ਕਰਮ ਕਮਾਏ ਥਾਏ ਨਾ ਕੋਈ ਪਾਏ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਆਪਣੇ ਜੀਵਨ ਦਾ ਇੱਕ ਲੰਮੇਰਾ ਤਜਰਬਾ ਸੀ। ਪਾਤਸ਼ਾਹ ਆਪ ਭਾਵੇਂ ਦੂਰ ਰਹੇ,
ਪਰ ਜਿੱਦਣ ਹਿਰਦੇ ਅੰਦਰ ਚੋਟ ਲੱਗੀ, ਭਾਵੇਂ ਕਿ ਉਹ ਸਾਰੇ ਕਾਰਜ ਕਰਦੇ ਰਹੇ, ਪਰ ਅੰਦਰ ਦਾ ਜਿਹੜਾ ਪ੍ਰੇਮ ਸੀ, ਅੰਦਰ ਦਾ ਜਿਹੜਾ ਰੰਗ ਸੀ, ਉਹ ਨਾ ਲੱਗਾ। ਪੁੱਛ ਲਿਆ ਇੱਥੇ ਕਿਸੇ ਨੇ ਵੀ ਆਪ ਜੀ ਦਾ ਗੁਰੂ ਕਿਹੜਾ? ਕਹਿੰਦੇ ਮੈਂ ਤਾਂ ਗੁਰੂ ਅਜੇ ਬਣਾਇਆ ਕੋਈ ਨਹੀਂ। ਅਜੇ ਤੱਕ ਗੁਰੂ ਨਹੀਂ ਬਣਾਇਆ? ਅਜੇ ਤੁਸੀਂ ਗੁਰੇ ਲਗੇ ਫਿਰਦੇ ਹੋ। ਅੰਦਰ ਨੇ ਚੋਟ ਖਾਧੀ, ਉਹ ਚੋਟ ਫਿਰ ਜਿਵੇਂ ਸਾਧ ਸੰਗਤ ਜੀਓ, ਕਈ ਵਾਰ ਜਿਹੜੀ ਕੋਈ ਚੋਟ ਲੱਗੀ ਹੋਵੇ ਨਾ, ਜਿਹਨੂੰ ਮਹਾਰਾਜ ਕਹਿੰਦੇ ਨੇ ਭਾਈ ਕੋਈ ਤੜਫਣੀ ਹੋਵੇ, ਉਹ ਤੜਫਣੀ ਫਿਰ ਬੰਦੇ ਨੂੰ ਮੰਜ਼ਿਲ ਤੇ ਪਹੁੰਚਾ ਦਿੰਦੀ ਹੈ। ਤੜਫਣੀ ਜ਼ਰੂਰੀ ਹੈ, ਪਿਆਸ ਲੱਗਣੀ ਜ਼ਰੂਰੀ ਹੈ। ਜੇ ਪਿਆਸ ਨਹੀਂ ਲੱਗੀ ਬਾਣੀ ਪੜਨ ਦੀ ਤੇ ਬੰਦਾ ਬਾਣੀ ਪੜ੍ਹੇਗਾ ਕਿਵੇਂ? ਪਿਆਸ ਨਹੀਂ ਲੱਗੀ ਤੇ ਫਿਰ ਮਨੁੱਖ ਸੇਵਾ ਵਾਲੇ ਪਾਸੇ ਕਿਵੇਂ ਆਏਗਾ? ਆ ਜਿਹੜੇ ਦੁੱਖ ਆਉਂਦੇ ਨੇ ਭਾਈ ਗੁਰਮੁਖੋ, ਇਹ ਸਾਨੂੰ ਪਿਆਸ ਹੀ ਤਾਂ ਲਾਉਣ ਆਉਂਦੇ ਹਨ। ਜਿਵੇਂ ਕੋਈ ਮਛਲੀ ਪਾਣੀ ਦੇ ਅੰਦਰ ਅਟਖੇਲੀਆਂ ਪਈ ਕਰਦੀ ਸੀ, ਇੱਕੋ ਦਮ ਛਾਲ ਮਾਰੀ, ਪਾਣੀ ਤੋਂ ਬਾਹਰ ਆ ਗਈ, ਕਿਨਾਰੇ ਤੇ ਆਣ ਕੇ ਡਿੱਗ ਗਈ। ਹੁਣ ਮਛਲੀ ਨਹੀਂ ਤੜਫਣੀ ਸ਼ੁਰੂ ਹੋਈ, ਤੜਫਦੀ ਤੜਫਦੀ ਇੱਕੋ ਦਮ ਫਿਰ ਉਹਨੇ ਛਾਲ ਮਾਰੀ, ਫਿਰ ਪਾਣੀ ਵਿੱਚ ਆਪਣੀ ਮੰਜ਼ਿਲ ਤੇ ਪਹੁੰਚ ਗਈ। ਜੇ ਤੜਫਣੀ ਸੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਸੱਟ ਵੱਜੀ, ਹੁਣ ਢੂੰਡਦੇ ਨੇ ਕਿਹੜੀ ਥਾਂ ਇੱਕ ਐਸੀ ਹੋਵੇ ਜਿਹੜੀ ਥਾਂ ਤੇ ਮੈਂ ਜਾ ਕੇ ਆਪਣੀ ਮੰਜ਼ਿਲ ਤੇ ਮਿਲ ਸਕਾਂ, ਮੈਨੂੰ ਕੋਈ ਟਿਕਾਣਾ ਮਿਲ ਜਾਏ। ਪਾਵਨ ਪਵਿੱਤਰ ਗੁਰੂ ਕੀ ਬਾਣੀ ਦੇ ਬੋਲ ਘਰੋਂ ਭਤੀਜਿਓ ਨੂੰ ਜੋ ਸ਼ਬਦ ਪੜ੍ਹ ਰਹੇ ਸਨ, ਉਹਨਾਂ ਦੀ ਮੁਬਾਰਕ ਰਸਨਾ ਤੋਂ ਸ਼ਬਦ ਸਰਵਣ ਕੀਤੇ। ਮਾਰੂ ਰਾਗ ਦੇ ਅੰਦਰ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ ਸਰਵਣ ਕੀਤੇ ਤੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗਏ। ਪ੍ਰੇਮ ਦੇ ਸਹਿਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸੇਵਾਵਾਂ ਨਿਭਾਈਆਂ ਤੀਸਰੇ ਪਾਤਸ਼ਾਹ ਜੀ ਨੇ। ਤੇ ਉਹ ਪਾਤਸ਼ਾਹ ਧੰਨ ਗੁਰੂ ਅਮਰਦਾਸ ਗੁਰਦੇਵ ਮਹਾਰਾਜ ਜੀ ਮੈਨੂੰ ਤੁਹਾਨੂੰ ਸਭਨਾਂ ਨੂੰ ਪਏ ਢੰਗ ਦੱਸਦੇ ਹਨ, ਹੇ ਭਾਈ ਸਜਣੋ, ਮਨ ਹੱਠ ਕਰਮ ਕਮਾਵਣੇ, ਮਨ ਦੇ ਹੱਠ ਦੇ ਨਾਲ ਕੀਤੇ ਹੋਏ ਕਰਮ ਥਾਏ ਨਾ ਕੋਈ ਪਾਏ। ਗੁਰਮੁਖੋ ਇਹਨਾਂ ਦੀ ਕੋਈ ਥਾਂ ਕੋਈ ਨਹੀਂ। ਮਾਲਕ ਜੀ ਦੇ ਨਾਲ ਜੇ ਹੈ ਤਾਂ ਉਹ ਜੇ ਪੂਰਨ ਪ੍ਰੇਮ ਪ੍ਰਤੀਤ, ਜੇ ਹਿਰਦੇ ਅੰਦਰ ਉਹ ਪੂਰਨ ਪ੍ਰੇਮ ਭਾਵਨਾ ਹੈ, ਤਾਂ ਹੀ ਉਹ ਕੀਤੇ ਹੋਏ ਕਰਮ ਥਾਏ ਪੈ ਸਕਦੇ ਹਨ। ਨਾਨਕ ਗੁਰਮੁਖ ਆਪ ਵਿਚਾਰੀਐ, ਵਿੱਚੋਂ ਆਪ ਗਵਾਏ। ਹੇ ਭਾਈ ਨਾਨਕ ਗੁਰਮੁਖ ਆਪ ਵਿਚਾਰੀਐ। ਆਪਣਾ ਆਪ ਜਿਨੇ ਵਿਚਾਰਿਆ, ਜਿਨੇ ਆਪਾ ਚੀਨਿਆ, ਜਿਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰਦੇ ਹਨ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਵੀ ਆਪਾ ਚੀਨਣ ਤੋਂ ਬਿਨਾ ਜਿਹੜੀ ਭਰਮ ਦੀ ਕਾਈ ਹੈ ਨਾ, ਜਦੋਂ ਕਾਈ ਕਿਸੇ ਥਾਂ ਤੇ ਆ ਜਾਏ ਤਾਂ ਫਿਰ ਹੇਠਾਂ ਪਾਣੀ ਵਿੱਚ ਦਿਖਾਈ ਨਹੀਂ ਦਿੰਦਾ, ਸ਼ੁੱਧ ਸਾਫ਼ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਹਿਰਦੇ ਅੰਦਰ ਲੱਗੀ ਹੋਈ ਭਰਮ ਦੀ ਕਾਈ, ਉਹ ਵੀ ਰੱਬ ਦੇ ਘਰ ਤੱਕ ਨਹੀਂ ਪਹੁੰਚਣ ਦਿੰਦੀ। ਮਹਾਰਾਜ ਜੀ ਨੇ ਰਹਿਮਤ ਕੀਤੀ, ਹੈ ਭਾਈ ਆਪਾ ਆਪ ਚੀਨ, ਨਾਨਕ ਗੁਰਮੁਖ ਆਪ ਵਿਚਾਰੀਐ। ਆਪਾ ਆਪ ਵਿਚਾਰਿਆ, ਵਿੱਚੋਂ ਆਪ ਗਵਾਏ, ਆਪਣੀ ਹਉਮੈ ਆਪਾ ਭਾਵ ਖੋ ਦਿੱਤਾ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਤੀਸਰੇ ਪਾਤਸ਼ਾਹ ਜੀਆਂ ਨੇ ਫਿਰ ਬਖਸ਼ਿਸ਼ ਕੀਤੀ, ਹੈ ਭਾਈ ਆਪੇ ਆਪ ਪਾਰ ਬ੍ਰਹਮ ਹੈ, ਉਹ ਪਰਿਪੂਰਨ ਪਰਮਾਤਮਾ ਜੋ ਆਪ ਸਾਰੇ ਪਾਸੇ ਪਸਰਿਆ ਹੋਇਆ ਹੈ। ਫਿਰ ਉਸ ਸੇਵਕ ਦੇ ਹਿਰਦੇ ਅੰਦਰ ਪ੍ਰਗਟ ਹੋਇਆ, ਪਾਰ ਬ੍ਰਹਮ ਵਸਿਆ ਮਨ ਆਏ। ਉਸ ਸੇਵਕ ਦੇ ਮਹਾਰਾਜ ਕਿਸ ਦੇ? ਜਿਹਦੇ ਬਾਬਤ ਪਿਛਲੀ ਪੰਕਤੀ ਵਿੱਚ ਦੱਸ ਕੇ ਆਏ ਹਨ, ਨਾਨਕ ਗੁਰਮੁਖ ਆਪ ਵਿਚਾਰੀਐ। ਉਸ ਸੇਵਕ ਦੇ ਹਿਰਦੇ ਅੰਦਰ ਮਾਲਕ ਜੀ ਦਾ ਵਾਸਾ ਹੋਇਆ।
ਜੰਮਣ ਮਰਨ ਕਟਿਆ ਜੋਤੀ ਜੋਤ ਮਿਲਾਏ। ਉਹਨਾਂ ਤੇ ਬਖਸ਼ਿਸ਼ ਇਹ ਹੋਈ, ਮਾਲਕ ਜੀਆਂ ਨੇ ਆਪਣੇ ਨਾਲ ਮਿਲਾ ਲਿਆ, ਜੋਤੀ ਜੋਤ ਮਿਲਾਏ। ਜਿਵੇਂ ਪਾਣੀ ਸੰਗ ਪਾਣੀ ਮਿਲਿਆ, ਮਾਲਕ ਦੇ ਅੰਦਰ ਜੋਤ ਸੰਗ ਜੋਤ ਰਲੀ, ਤੇ ਫਿਰ ਉਹਨਾਂ ਦਾ ਜੀਵਨ ਇਸ ਪਦ ਤੱਕ ਪਹੁੰਚ ਗਿਆ। ਬੌਰ ਹਮ ਕਾਹੇ ਆਵਾਂਗੇ, ਜੰਮਣ ਮਰਨਾ ਕੱਟਿਆ। ਮਾਲਕ ਜੀਆਂ ਨੇ ਉਹਨਾਂ ਦਾ ਭਵ ਸਾਗਰ ਤੋਂ ਆਉਣ ਜਾਣ ਦਾ ਜਿਹੜਾ ਗੇੜ ਸੀ, ਮਾਲਕ ਜੀਆਂ ਨੇ ਉਹ ਗੇੜ ਸਦੀਵੀ ਤੌਰ ਤੇ ਕੱਟ ਦਿੱਤਾ। ਜੰਮਣ ਮਰਨਾ ਕੱਟਿਆ, ਜੋਤੀ ਜੋਤ ਮਿਲਾਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਉਹ ਇੱਕ ਮਾਲਕ ਜੀ ਦੇ ਅੰਦਰ ਉਹ ਮਿਲ ਗਏ। ਮਹੱਲਾ ਤੀਜਾ। ਬਿਲਾਵਲ ਕਰਹੁ ਤੁਮ ਪਿਆਰੇ ਹੋ, ਏਕਸ ਸਿਉ ਲਿਵ ਲਾਏ। ਫਿਰ ਦੂਸਰਾ ਸ਼ਲੋਕ ਪ੍ਰਾਰੰਭ ਹੋਇਆ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ 2 ਸ਼ਲੋਕ। ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਹੈ। ਬਿਲਾਵਲ ਕਰੋ ਤੁਮ ਪਿਆਰਿਓ, ਏਕਸ ਸਿਉ ਲਿਵ ਲਾਏ। ਇੱਕ ਦੇ ਨਾਲ, ਉਸ ਇੱਕ ਪਰਿਪੂਰਨ ਪਰਮਾਤਮਾ ਜੀਆਂ ਦੇ ਨਾਲ ਆਪਣੀ ਸੁਰਤ ਜੋੜ ਕੇ, ਉਸ ਇੱਕ ਦੇ ਨਾਲ ਤੁਸੀਂ ਜੁੜ ਕਰਕੇ, ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਕ ਉਦਾਹਰਣ ਦਿੱਤੀ। ਕਹਿਣ ਲੱਗੇ, ਦੋਏ ਪੁੜ ਚੱਕੀ ਜੋੜ ਕੈ ਪੀਸਨ ਆਏ ਬਹਿਠ, ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿਠ। ਪ੍ਰਾਤਨ ਸਮੇਂ ਜਾਂ ਅੱਜ ਵੀ ਕਈ ਘਰਾਂ ਦੇ ਅੰਦਰ ਹੱਥ ਵਾਲੀਆਂ ਚੱਕੀਆਂ ਨੇ। ਦਾਣੇ ਪੀਣ ਵਾਸਤੇ ਮਾਈ ਬੈਠ ਗਈ, ਇੱਕ ਹੱਥ ਦੇ ਨਾਲ ਚੱਕੀ ਨੂੰ ਗੇੜਿਆ, ਇੱਕ ਹੱਥ ਦੇ ਨਾਲ ਗੇੜਾ ਪਾਇਆ, ਦੂਸਰੇ ਹੱਥ ਦੇ ਨਾਲ ਦਾਣੇ ਲੱਪ ਭਰ ਭਰ ਕੇ ਉਸ ਚੱਕੀ ਵਿੱਚ ਪਾਈ ਗਈ। ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਬਹਿਠ, ਪੀਣ ਵਾਸਤੇ ਦਾਣੇ ਪੀਣ ਵਾਸਤੇ ਬੈਠ ਗਏ। ਕਹਿੰਦੇ ਜਦੋਂ ਇੱਕ ਚੱਕੀ ਦਾ ਪੁੜ ਚੁੱਕ ਕੇ ਵੇਖਿਆ, ਇੱਕ ਅਜਬ ਡਿਠ ਕੀ ਵੇਖਿਆ ਹੈ। ਕਹਿੰਦੇ ਜਿਹੜੇ ਤਾਂ ਦਾਣੇ ਚੱਕੀ ਦੀ ਕਿੱਲੀ ਤੋਂ ਦੂਰ ਹੋ ਗਏ, ਉਹ ਦਾਣੇ ਪੀਸੇ ਗਏ। ਜਿਹੜੇ ਦਾਣੇ ਇੱਕ ਕਿੱਲੀ ਦੇ ਨਾਲ, ਧੁਰ ਦੇ ਨਾਲ ਜਿਹੜੇ ਜੁੜੇ ਰਹੇ, ਉਹ ਕਹਿੰਦੇ ਪੀਸਣੋਂ ਬਚ ਗਏ। ਮਹਾਰਾਜ ਕਹਿੰਦੇ, ਭਾਈ ਜੁੜੋ, ਉਸ ਇੱਕ ਦੇ ਨਾਲ ਜੁੜੋ। ਬਿਲਾਵਲ ਕਰੋ ਤੁਮ ਪਿਆਰਿਓ। ਮਹਾਰਾਜ ਕਹਿੰਦੇ, ਭਾਈ ਜੁੜੋ ਕਿਸ ਦੇ ਨਾਲ? ਬਿਲਾਵਲ ਕਰੋ ਤੁਮ ਪਿਆਰੇ ਹੋ। ਹੇ ਭਾਈ ਕਰੋ, ਏਕਸ ਸਿਉ ਲਿਵ ਲਾਏ। ਇੱਕ ਦੇ ਨਾਲ ਸੁਰਤ ਬਿਰਤ ਜੋੜ ਕੇ, ਉਸ ਪਰਿਪੂਰਨ ਪਰਮਾਤਮਾ ਜੀਆਂ ਦੇ ਸੰਗ ਜੁੜ ਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤਾਂ ਜਦੋਂ ਖਾਲਸੇ ਨੂੰ ਪਰਿਭਾਸ਼ਿਤ ਕੀਤਾ, ਖਾਲਸੇ ਦੀ ਵਿਆਖਿਆ ਕੀਤੀ, ਖਾਲਸੇ ਪਦ ਦੀ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਈਰਤ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਅਖੀਰ ਵਿੱਚ ਲੱਗੇ ਕਹਿਣ, ਜਾ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਹਿਰਦੇ ਅੰਦਰ ਭਾਈ ਜਦੋਂ ਉਸ ਇੱਕ ਪਰਿਪੂਰਨ ਪਰਮਾਤਮਾ ਦਾ ਵਾਸਾ ਹੋਇਆ, ਖਾਲਸ ਤਾਹੀ ਨਖਾਲਸ ਜਾਣੈ। ਭਾਈ ਇਹ ਹੈ ਕਿ ਖਾਲਸੇ ਦੀ ਵਿਆਖਿਆ। ਬਿਲਾਵਲ ਕਰੋ ਤੁਮ ਪਿਆਰੇ ਹੋ, ਏਕਸ ਸਿਉ ਲਿਵ ਲਾਏ। ਇੱਕ ਦੇ ਨਾਲ ਆਪਣੇ ਸੁਰਤ ਜੋੜ ਕੇ, ਉਸ ਇੱਕ ਪਰਿਪੂਰਨ ਪਰਮਾਤਮਾ ਜੀਆਂ ਦੇ ਨਾਲ ਤੁਸੀਂ ਸੁਰਤ ਜੋੜ ਕੇ ਉਸ ਨੂੰ ਧਿਆਉਣਾ ਕਰੋ। ਜੰਮਣ ਮਰਨ ਦੁਖ ਕਟਿਆ, ਸੱਚੇ ਰਹਿ ਸਮਾਏ। ਜਿਹੜਾ ਜਨਮ ਤਥਾ ਮਰਨ ਦਾ ਇੱਕ ਵੱਡਾ ਦੁੱਖ ਹੈ, ਜਨਮ ਤਥਾ ਮਰਨ ਦਾ ਦੁੱਖ, ਜਨਮ ਮਰਨ ਦੁੱਖ ਕੱਟੀਐ, ਸੱਚੇ ਰਹਿ ਸਮਾਏ। ਜਨਮ ਤਥਾ ਮਰਨ ਦਾ ਇੱਕ ਵੱਡਾ ਜਿਹੜਾ ਦੁੱਖ ਭਾਈ ਇਹ ਦੂਰ ਹੋਇਆ।
ਉਸ ਸੱਚੇ ਨਾਲ ਜੀਵ ਦੀ ਸੁਰਤ ਜੁੜੀ। ਸਦਾ ਬਿਲਾਵਲ ਆਨੰਦ ਹੈ, ਜੇ ਚੱਲਹਿ ਸਤਿਗੁਰ ਭਾਏ। ਇਹ ਭਾਈ ਗੁਰਮੁਖੋ, ਉਹ ਸਦਾ ਬਿਲਾਵਲ ਆਨੰਦ ਹੈ। ਉਹ ਜੀਵ ਹਮੇਸ਼ਾ ਆਨੰਦ ਦੇ ਅੰਦਰ, ਬਿਲਾਵਲ ਖੇੜੇ ਦੇ ਅੰਦਰ। ਪਹਿਲਾਂ ਬੇਨਤੀ ਕੀਤੀ, ਬਿਲਾਵਲ ਦੇ ਅਰਥ ਨੇ ਆਤਮਿਕ ਆਨੰਦ। ਇੱਕ ਸदैਵੀ ਖੇੜਾ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪਰਗਾਸ। ਉਹ ਆਨੰਦ ਐਸਾ ਨਹੀਂ ਵੀ ਪ੍ਰਸ਼ਾਦਾ ਪਾਣੀ ਛਕਿਆ ਤੇ ਕਿਵੇਂ ਜੀ ਆਨੰਦ ਹੈ। ਉਹ ਆਨੰਦ ਐਸਾ ਆਨੰਦ ਨਹੀਂ। ਇਸ ਆਨੰਦ ਦਾ ਤਾਂ ਕੋਈ ਵਿਪਰੀਤ ਸ਼ਬਦ ਹੀ ਨਹੀਂ ਹੈ। ਦੁੱਖ ਦਾ ਉਲਟ ਸ਼ਬਦ ਸੁਖ ਹੈ, ਜਨਮ ਦਾ ਉਲਟ ਸ਼ਬਦ ਮੌਤ ਹੈ, ਸੁਖ ਦਾ ਉਲਟ ਸ਼ਬਦ ਦੁੱਖ ਹੈ। ਆਨੰਦ ਦਾ ਤਾਂ ਕੋਈ ਉਲਟ ਸ਼ਬਦ ਹੀ ਹੈ ਨਹੀਂ। ਇਹ ਤਾਂ ਭਾਵੇਂ ਕੋਈ ਤੱਤੀ ਤਵੀ ਦੇ ਉੱਪਰ ਬੈਠਾ, ਭਾਵੇਂ ਕਿ ਇੱਕ ਦੇ ਉਸੀਸ ਦੇ ਉੱਪਰ ਆਰਾ ਰੱਖਿਆ, ਤੇ ਤਾਂ ਵੀ ਜਦੋਂ ਪੁੱਛਿਆ ਉਹਨਾਂ ਨੇ ਆਤਮਿਕ ਖੇੜੇ ਆਨੰਦ ਦੀ ਹੀ ਗੱਲ ਕੀਤੀ ਹੈ। ਬਿਲਾਵਲ ਕਰੋ ਤੁਮ ਪਿਆਰੇ ਹੋ, ਹੇ ਭਾਈ ਸਦਾ ਬਿਲਾਵਲ ਆਨੰਦ ਹੈ। ਜੇ ਚੱਲੈ ਸਤਿਗੁਰ ਭਾਏ, ਜੇ ਮਾਲਕ ਜੀ ਦੀ ਰਜ਼ਾ, ਮਾਲਕ ਜੀ ਦੇ ਭਾਣੇ ਵਿੱਚ ਤੁਰੇ, ਤਾਂ ਫਿਰ ਭਾਈ ਸਦਾ ਹੀ ਆਨੰਦ, ਸਦਾ ਹੀ ਖੇੜਾ ਹੈ। ਸਤ ਸੰਗਤੀ ਬਹਿ ਭਾਉ ਕਰ, ਸਦਾ ਹਰ ਕੇ ਗੁਣ ਗਾਏ। ਸਤ ਸੰਗਤ ਦੇ ਵਿੱਚ ਮਿਲ ਬੈਠ ਕਰਕੇ ਭਾਉ ਕਰ ਪ੍ਰੇਮ ਸਹਿਤ, ਸਦਾ ਹਰ ਕੇ ਗੁਣ ਗਾਏ। ਸਦੀਵੀ ਉਸ ਪਰਿਪੂਰਨ ਪਰਮਾਤਮਾ ਜੀ ਦੇ ਗੁਣਾਂ ਨੂੰ ਗਾਉਣਾ, ਸਦੀਵੀ ਉਸ ਪਰਿਪੂਰਨ ਪਰਮਾਤਮਾ ਜੀ ਦੇ ਗੁਣਾਂ ਦਾ ਗਾਇਨ ਕਰਨਾ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਇਹ ਭਾਈ ਉਹ ਹੀ ਜੀਵ ਸੋਹਣੇ ਹਨ। ਕਿਹੜੇ ਮਾਲਕ ਜੀ? ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ। ਪੌੜੀ ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿਤ ਹਾਰ। ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਜੀਆਂ ਦੇ ਵਿੱਚ ਹੈ, ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿਤ ਹਰ। ਇੱਥੇ ਜਿਹੜੇ ਪਰਿਪੂਰਨ ਪਰਮਾਤਮਾ ਦੇ ਸਤਿਕਾਰਯੋਗ ਭਗਤ ਸਾਹਿਬਾਨ ਹਨ, ਭਾਵੇਂ ਕਿ ਉਹ ਸੰਸਾਰ ਦੇ ਅੰਦਰ ਉਹਨਾਂ ਕੋਲ ਕੋਈ ਦੁਨਿਆਵੀ ਧਨ ਸੰਪਦਾ ਨਹੀਂ ਹੈ, ਦੁਨੀਆ ਅੰਦਰ ਹੋ ਸਕਦਾ ਉਹਨਾਂ ਕੋਲ ਇੰਨਾ ਮਾਣ ਵਡਿਆਈ ਸ਼ੋਭਾ ਨਾ ਹੋਵੇ, ਪਰ ਕੀ ਹੈ ਉਹਨਾਂ ਕੋਲ? ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਬਾਬਤ ਪਾਵਨ ਪਵਿੱਤਰ ਬਚਨਾਂ ਵਿੱਚ ਪੌੜੀ ਵਿੱਚ ਬਖਸ਼ਿਸ਼ ਪਏ ਕਰ ਰਹੇ ਹਨ। ਜੋ ਪਰਮਾਤਮਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ, ਉਹ ਪਰਮਾਤਮਾ ਉਹਨਾਂ ਸਤਿਕਾਰਯੋਗ ਭਗਤਾਂ ਦਾ ਮਿੱਤਰ ਹੈ। ਉਹ ਉਹਨਾਂ ਸਤਿਕਾਰਯੋਗ ਭਗਤਾਂ ਦਾ ਪਰਿਪੂਰਨ ਪਰਮਾਤਮਾ ਦੋਸਤ ਹੈ। ਵਿਪ ਸੁਦਾਮਾ ਦਾਲ ਦੀ ਬਾਲ ਸਖਾਈ, ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਭਾਈ ਗੁਰਦਾਸ ਸਾਹਿਬ ਜੀਆਂ ਨੇ ਦੋਸਤੀ ਬਾਰੇ ਦੱਸਿਆ ਨਾ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਉ ਕਹੋ ਕਾ ਕੀ ਕਮੀਆਂ, ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ, ਦੁਖ ਦਰਦ ਪ੍ਰਮਤਾ ਕਾ ਭਾਗੀ। ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਦੱਸੋ ਜਿਹਦਾ ਮੀਤ ਸਾਜਨ ਸਮੀਆਂ ਪ੍ਰਮਾਤਮਾ ਹੋਵੇ, ਉਹਨੂੰ ਦੱਸੋ ਭਾਈ ਕੋਈ ਕਮੀ ਰਹਿ ਸਕਦੀ ਹੈ? ਤੇ ਮਿੱਤਰ ਦੀ ਪਰਿਭਾਸ਼ਾ ਭਾਈ ਗੁਰਦਾਸ ਸਾਹਿਬ ਜੀ ਦਿੰਦੇ ਹਨ, ਕਹਿਣ ਲੱਗੇ, ਵਿਪ ਸੁਦਾਮਾ ਦਾਲ ਦੀ ਬਾਲ ਸਖਾਈ, ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ।
ਸੁਦਾਮਾ ਜੀ ਨੇ ਜਿਵੇਂ ਆਪਾਂ ਪਾਵਨ ਬਚਨ ਪੜ੍ਹਨੇ ਹਾਂ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ। ਬਚਨ ਪੜ੍ਹਨਿਆ ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਿਹ ਕਾਜ। ਸ਼੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਇ ਅਬ ਰਾਖੋ ਦਾਸ ਭਾਟ ਕੀ ਲਾਜ। ਮਾਲਕ ਜੀ ਜਿਵੇਂ ਕਿਤੇ ਤੁਸੀਂ ਲਾਜ ਭਗਤ ਆਪਣੇ ਸੇਵਕ ਸੁਦਾਮੇ ਦੀ ਲਾਜ ਰੱਖੀ। ਸੁਦਾਮਾ ਜੀ ਨੇ ਹਮੇਸ਼ਾ ਘਰ ਦੇ ਅੰਦਰ ਕਹਿਣਾ ਆਪਣੀ ਸੁਪਤਨੀ ਨੂੰ ਕਿ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਮੈਂ ਬਚਪਨੇ ਵਿੱਚ ਉਹਨਾਂ ਦੇ ਨਾਲ ਖੇਡਿਆ ਹਾਂ, ਬਚਪਨੇ ਦੇ ਅੰਦਰ ਸਾਡੀ ਦੋਸਤੀ ਬੜੀ ਗਹਿਰੀ ਸੀ। ਇੱਕ ਦਿਨ ਹਾਰ ਕੇ ਘਰ ਦੇ ਅੰਦਰ ਭਾਈ ਗੁਰਦਾਸ ਜੀ ਲੱਗੇ ਕਹਿਣ, ਕਹਿੰਦੇ ਘਰ ਦੇ ਅੰਦਰ ਬਾਹਮਣੀ ਨੇ ਉਹਨਾਂ ਦੀ ਸੁਪਤਨੀ ਨੇ ਕਹਿ ਹੀ ਦਿੱਤਾ ਬਈ ਤੁਸੀਂ ਰੋਜ਼-ਰੋਜ਼ ਕਹਿੰਦੇ ਹੋ ਵੀ ਮੇਰਾ ਦੋਸਤ ਮੇਰਾ ਮਿੱਤਰ ਹੈ, ਚਲੋ ਅੱਜ ਲੱਗ ਜਾਂਦਾ ਹੈ ਪਤਾ ਤੁਹਾਡਾ ਦੋਸਤ ਤੁਹਾਡੀ ਕਿੰਨੀ ਕੁ ਸਹਾਇਤਾ ਕਰਦਾ ਹੈ। ਕਹਿਣ ਲੱਗਾ, ਮਨ ਵਿੱਚ ਸੋਚਣ ਲੱਗਾ ਵੀ ਮੈਂ ਤਾਂ ਵੈਸੇ ਹੀ ਕਿਹਾ ਸੀ, ਇਹਨੇ ਤਾਂ ਕਹਿ ਹੀ ਦਿੱਤਾ, ਜਾਓ ਤੁਸੀਂ ਜਾ ਕਰਕੇ ਤੁਸੀਂ ਅੱਜ ਆਪਣੀ ਜਿਹੜੀ ਤੁਹਾਡੀ ਦੋਸਤੀ ਹੈ ਇਸ ਦੋਸਤੀ ਦਾ ਪਤਾ ਲੱਗ ਜਾਏ। ਮਨ ਵਿੱਚ ਕਹਿਣ ਲੱਗਾ ਵੀ ਉਹਨਾਂ ਪਾਸ ਸ੍ਰੀ ਕ੍ਰਿਸ਼ਨ ਭਗਵਾਨ ਦੇ ਕੋਲ ਲੋਕ ਜਾਂਦੇ ਨੇ ਵੱਖ-ਵੱਖ ਭੇਟਾਵਾਂ ਲੈ ਕੇ, ਮੈਂ ਕੀ ਲੈ ਕੇ ਜਾਵਾਂਗਾ, ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ ਉਹਨੂੰ ਭੇਟਾ ਕਰਨ ਵਾਸਤੇ। ਗਵਾਂਢ ਦੇ ਵਿੱਚੋਂ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਤੰਦੁਲ ਥੋੜੇ ਜਿਹੇ ਚੌਲ ਲੈ ਕੇ ਲੱਕ ਨਾਲ ਬੰਨ ਦਿੱਤੇ ਪੋਟਲੀ ਪਾ ਕੇ ਵਿੱਚ, ਤੇ ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਜੀ ਸੁਦਾਮਾ ਜੀ ਚੱਲ ਪਏ। ਚੱਲਿਆ ਗਿਣਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਲਾਏ। ਮਨ ਵਿੱਚ ਲੱਗਾ ਕਹਿਣ, ਬਈ ਚੰਗੀ ਦੋਸਤੀ ਦਾ ਮੈਂ ਹੁਣ ਵਾਸਤਾ ਕਹਿ ਤਾਂ ਮੈਂ ਬੈਠਾ ਹਾਂ, ਬਈ ਹੁਣ ਉਸ ਥਾਂ ਤੇ ਮੈਂ ਜਾਵਾਂਗਾ। ਮਨ ਵਿੱਚ ਵਿਚਾਰਨ ਲੱਗਾ ਬਈ ਚਲੋ ਦੋਸਤੀ ਬਚਪਨੇ ਵਿੱਚ ਸੀ, ਬਚਪਨੇ ਵਿੱਚ ਤਾਂ ਹੁਣ ਜਦੋਂ ਵੱਡੇ ਹੋਏ ਆ ਉਦੋਂ ਤੱਕ ਤਾਂ ਦੋਸਤੀ ਬੜੇ ਰੰਗ ਬਦਲ ਦਿੰਦੀ ਹੈ। ਹੁਣ ਪਤਾ ਨਹੀਂ ਮੈਨੂੰ ਪਛਾਣਨ ਕਿ ਨਾ ਪਛਾਣਨ। ਬਹੁਤਾ ਜਿਸ ਵਕਤ ਦਵਾਰਕੇ ਦੀ ਧਰਤੀ ਉਸ ਥਾਂ ਤੇ ਪਹੁੰਚਿਆ, ਸਿੰਘ ਦਵਾਰ ਖਲੋਤਾ ਜਾਏ, ਕਹਿੰਦੇ ਉਸ ਥਾਂ ਤੇ ਵੇਖਿਆ ਕਿ ਬਾਹਰ ਪਹਿਰੇਦਾਰ ਖਲੋਤਾ ਹੈ। ਜਦੋਂ ਮਹਿਲ ਦੇ ਬਾਹਰਲੇ ਪਾਸੇ ਜਾ ਕੇ ਖਲੋ ਗਏ, ਦਰਬਾਨ ਨੇ ਪੁੱਛਿਆ, ਹਾਂ ਬਈ ਕੌਣ ਆਇਆ ਹੈ। ਕਹਿੰਦੇ ਜੀ ਮੈਂ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਦੋਸਤ ਹਾਂ। ਕਹਿੰਦੇ ਵੀ ਦੋਸਤ, ਲੱਕ ਦੇ ਅੰਦਰ ਜਿਹੜੇ ਤੇੜ ਕੱਪੜੇ ਪਾਏ ਹੋਏ ਹਨ, ਜੋ ਧੋਤੀ ਹੈ ਉਹ ਵੀ ਫਟੀ ਹੋਈ ਹੈ, ਜਿਹੜਾ ਜਾਮਾ ਹੈ ਉਹ ਵੀ ਲੀਰੋ ਲੀਰ ਹੈ, ਤਨ ਦੇ ਉੱਪਰ ਕੱਪੜੇ ਜਿਹੜੇ ਹਨ ਉਹ ਪਾਟੇ ਹੋਏ ਹਨ, ਸਾਫ਼ ਵੀ ਨਹੀਂ ਹਨ। ਦਰਬਾਨ ਸੋਚਣ ਲੱਗਾ ਵੀ ਚੰਗਾ ਦੋਸਤ, ਇੱਕ ਪਾਸੇ ਇਹ ਸਾਰੇ ਪਾਸੇ ਦਾ ਮਾਲਕ ਤੇ ਦੂਸਰੇ ਪਾਸੇ ਇਹ ਕਹਿ ਰਿਹਾ ਹੈ ਵੀ ਮੈਂ ਇਹਦਾ ਦੋਸਤ। ਕਹਿੰਦੇ ਉਹਨੇ ਹੋਰਨਾਂ ਦਰਬਾਨਾਂ ਨੂੰ ਜਿਹੜੇ ਹੋਰ ਸਨ ਪਹਿਰੇਦਾਰ ਉਹਨਾਂ ਨੂੰ ਵਿਖਾ ਕੇ ਮਖੌਲ ਲੱਗੇ ਡਾਣ ਵੀ ਆਹ ਵੇਖ ਲਓ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਦੋਸਤ ਆਇਆ ਹੈ। ਕਹਿੰਦੇ ਵੀ ਜੇ ਚਲੋ ਦੋਸਤ ਆਇਆ ਹੈ ਵੀ ਤੁਸੀਂ ਚੰਗੀ ਦੋਸਤ ਦੀ ਖਾਤਰਦਾਰੀ ਕਰਨ ਲੱਗੇ ਹੋ। ਕਹਿੰਦੇ ਦੂਰੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀਆਂ ਨੇ ਵੇਖ ਲਿਆ, ਵੇਖ ਕੇ ਪਹਿਚਾਨ ਲਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ। ਕਹਿੰਦੇ ਵੇਖ ਕੇ ਸੁਦਾਮੇ ਨੂੰ, ਕਹਿੰਦੇ ਦੂਰੋਂ ਵੇਖ ਕੇ ਡੰਡੌਤ ਕੀਤੀ, ਸੁਦਾਮਾ ਜੀਆਂ ਨੂੰ ਬਾਹੋਂ ਪਕੜ ਕੇ ਆਪਣੇ ਥਾਂ ਆਸਣ ਦੇ ਉੱਪਰ ਲੈ ਕੇ ਬੈਠ ਗਏ। ਪਹਿਲਾਂ ਹੱਥੀਂ ਉਹਨਾਂ ਦੇ ਚਰਨ ਧੋਤੇ ਤੇ ਹੁਣ ਪੁੱਛਦੇ ਨੇ, ਕਹਿੰਦੇ ਜੀ ਆਓ ਕਿਵੇਂ ਆਉਣਾ ਹੋਇਆ ਹੈ, ਕਿਵੇਂ ਆਉਣਾ ਹੋਇਆ ਇਸ ਥਾਂ ਤੇ। ਕਹਿੰਦੇ ਜੀ ਮਿਲਣ ਗਿਲ ਆ ਗਏ, ਆਪਣੀ ਅੰਦਰ ਦੀ ਬਿਰਥਾ ਫਿਰ ਨਾ ਦੋਸਤ ਨੂੰ ਦੱਸੀ। ਮਹਾਰਾਜ ਜੀ ਸ਼ਬਦ ਵਰਤਦੇ ਨੇ ਨਾ, ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ। ਜਿਹੜਾ ਪਰਮਾਤਮਾ ਸਾਰਿਆਂ ਜੀਆਂ ਵਿੱਚ ਹੈ ਨਾ ਉਹ ਭਗਤਾਂ ਦਾ ਮਿੱਤਰ ਹੈ। ਤੇ ਮਿੱਤਰ ਤੋਂ ਕੋਈ ਪਰਦਾ ਨਹੀਂ ਰੱਖਦਾ। ਮਿੱਤਰ ਨੂੰ ਮਿੱਤਰ ਦੀ ਹਰ ਇੱਕ ਲਾਜ ਹੁੰਦੀ ਹੈ। ਮਹਾਰਾਜ ਜੀ ਸ਼ਬਦ ਇਹ ਵਰਤਦੇ ਨੇ ਨਾ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਉ ਕਹੋ ਕਾ ਕੀ ਕਮੀਆਂ। ਪੁੱਛਦੇ ਨੇ ਸੁਦਾਮਿਆਂ ਦੱਸ। ਕਹਿੰਦੇ ਜੀ ਠੀਕ ਹੈ। ਕਹਿੰਦੇ ਚਲੋ ਕੋਈ ਬਚਪਨੇ ਦੀ ਤੁਸੀਂ ਮੈਨੂੰ ਆਪਣੀ ਕੋਈ ਗੱਲਬਾਤ ਦੱਸੋ। ਕਹਿੰਦੇ ਸੁਦਾਮਾ ਜੀ ਲੱਗੇ ਕਹਿਣ, ਬਚਪਨੇ ਦੀ ਜੀ ਮੈਨੂੰ ਤਾਂ ਕੋਈ ਚੇਤੇ ਹੈ ਨਹੀਂ, ਚਲੋ ਜੇ ਤੁਹਾਨੂੰ ਕੋਈ ਚੇਤੇ ਹੈ ਤੁਸੀਂ ਕੋਈ ਦੱਸ ਦਿਓ, ਮੈਨੂੰ ਤਾਂ ਕੋਈ ਵੀ ਯਾਦ ਨਹੀਂ ਹੈ ਹੁਣ।
ਮੈਨੂੰ ਤਾਂ ਘਰ ਦੀ ਗਰੀਬੀ ਨੇ ਸਾਰਾ ਕੁਝ ਭੁਲਾਇਆ ਪਿਆ ਹੈ, ਮੈਨੂੰ ਤਾਂ ਯਾਦ ਕੁਝ ਨਹੀਂ। ਚਲੋ ਜੇ ਤੁਹਾਨੂੰ ਕੁਝ ਯਾਦ ਹੈ ਤੁਸੀਂ ਦੱਸ ਦਿਓ, ਵੀ ਹੋ ਸਕਦਾ ਤੁਹਾਡੇ ਕੋਲੋਂ ਸੁਣ ਕੇ ਮੈਨੂੰ ਕੋਈ ਯਾਦ ਆ ਜਾਏ। ਸਦਾਮਿਆਂ, ਯਾਦ ਹੈ ਜਿਸ ਦਿਨ ਸਾਨੂੰ ਸਾਡੇ ਗੁਰੂ ਨੇ ਭੇਜਿਆ ਸੀ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਵਿੱਚ, ਆਪਣੀ ਡਿਊਟੀ ਲੱਗੀ ਸੀ ਦੋਵਾਂ ਦੀ, ਤਾਂ ਜਿੱਥੇ ਪੜ੍ਹਦੇ ਸਾਂ ਸੰਦੀਪਨ ਗੁਰੂ ਪਾਸ ਭੇਜਿਆ ਸੀ ਵੀ ਜਾਓ। ਕਹਿੰਦੇ ਹਾਂ ਜੀ ਉਹ ਤਾਂ ਯਾਦ ਹੈ। ਆਪਾਂ ਗਏ ਸਾਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਵਾਸਤੇ। ਕਹਿੰਦੇ ਚੱਲ ਫਿਰ ਇੱਥੋਂ ਹੁਣ ਤੂੰ ਸੁਣਾ। ਸਦਾਮਾ ਸੁਣਾ ਰਿਹਾ ਹੈ। ਕਹਿੰਦੇ ਜੀ ਆਪਣੇ ਕੋਲ ਉਸ ਥਾਂ ਤੇ ਆਪਾਂ ਜੋ ਬਣਾਇਆ ਸੀ ਕਿ ਲੱਕੜਾਂ ਇਕੱਠੀਆਂ ਕਰਾਂਗੇ, ਸੁੱਕੀਆਂ ਲੱਕੜਾਂ ਦੀ ਪੰਡ ਬੰਨ੍ਹ ਕੇ ਇਸ਼ਨਾਨ ਪਾਣ ਕਰਕੇ, ਕਹਿੰਦੇ ਫਿਰ ਆਪਣੇ ਕੋਲ ਲੱਪਕੂ ਛੋਲੇ ਸਨ, ਆਪਾਂ ਕਿਹਾ ਸੀ ਬੈਠ ਕੇ ਖਾਵਾਂਗੇ। ਕਹਿੰਦੇ ਹਾਂ, ਪਰ ਕਹਿੰਦੇ ਤੂੰ ਉਸ ਦਿਨ ਕੀ ਕੀਤਾ ਸੀ ਸਦਾਮਿਆਂ? ਕਹਿੰਦੇ ਕਰਨਾ ਕੀ ਸੀ, ਤੁਸੀਂ ਚੜ੍ਹ ਕੇ ਲੱਕੜਾਂ ਲਾਉਣ ਵਾਸਤੇ ਉੱਪਰੋਂ ਸੁੱਕੀਆਂ ਰੁੱਖ ਤੇ। ਕਹਿੰਦੇ ਜਦੋਂ ਤੁਸੀਂ ਉੱਪਰ ਰੁੱਖ ਤੇ ਚੜ੍ਹੇ ਤੇ ਮੈਂ ਹੇਠਾਂ ਲੱਕੜ ਉਸ ਰੁੱਖ ਦੇ ਮੁੱਢ ਦੇ ਨਾਲ ਹੀ ਬੈਠ ਕੇ ਮੈਂ ਕਹਿੰਦਾ ਜੀ ਛੋਲੇ ਚੱਬਣ ਲੱਗਾ। ਕਹਿੰਦੇ ਤੁਸੀਂ ਪੁੱਛਿਆ ਇਹ ਕਾਹਦੀ ਆਵਾਜ਼ ਹੈ? ਸਦਾਮਿਆਂ ਕੁਝ ਖਾ ਰਿਹਾ ਹੈ? ਕਹਿੰਦੇ ਜੀ ਮੈਂ ਕਿਹਾ ਨਹੀਂ ਖਾ ਨਹੀਂ ਮੈਂ ਕੁਝ ਵੀ ਰਿਹਾ, ਇਹ ਤਾਂ ਠੰਡ ਨਾਲ ਦੰਦੋ ਡਿੱਕਾ ਪਿਆ ਵੱਜਦਾ ਹੈ। ਕਹਿੰਦੇ ਮੈਂ ਤੁਹਾਨੂੰ ਝੂਠ ਬੋਲਿਆ। ਤੇ ਜਦੋਂ ਕਹਿੰਦੇ ਤੁਸੀਂ ਹੇਠਾਂ ਉਤਰੇ, ਲੱਕੜਾਂ ਦੀ ਪੰਡ ਬੰਨੀ, ਪੰਡ ਬੰਨ ਕੇ ਕਹਿੰਦੇ ਆ ਆਪਾਂ ਇਸ਼ਨਾਨ ਕਰੀਏ। ਸੁਦਾਮਾ ਕਹਿਣ ਲੱਗਾ ਜੀ ਇਸ਼ਨਾਨ ਕਰਨਾ ਕਿਉਂ ਹੈ? ਇਸ਼ਨਾਨ ਕਰਨਾ ਕਿਉਂ ਹੈ? ਕਹਿੰਦੇ ਇਸ਼ਨਾਨ ਕਰਕੇ ਛੋਲੇ ਖਾਵਾਂਗੇ, ਚੱਬਾਂਗੇ। ਕਹਿੰਦੇ ਜੀ ਛੋਲੇ ਤਾਂ ਮੈਂ ਚੱਬ ਗਿਆ ਹਾਂ ਪਹਿਲਾਂ ਹੀ, ਇਸ਼ਨਾਨ ਹੁਣ ਕਰਨਾ ਕਾਦੇ ਵਾਸਤੇ ਹੈ? ਛੋਲੇ ਚੱਬਣ ਵਾਸਤੇ ਇਸ਼ਨਾਨ ਕਰਨਾ, ਉਹ ਤਾਂ ਮੈਂ ਖਾ ਗਿਆ ਪਹਿਲਾਂ ਹੀ। ਤੇ ਕਹਿੰਦੇ ਤੁਸਾਂ ਨੇ ਮੈਨੂੰ ਉਸ ਦਿਨ ਸਹਿਜ ਸੁਭਾਅ ਕਿਹਾ ਸੀ ਜਾ ਉਹ ਦਲਿਦਰੀਆ, ਬਿਨਾਂ ਇਸ਼ਨਾਨ ਪਾਣ ਕੀਤਿਆਂ ਖਾ ਗਿਆ ਹੈ, ਬਿਨਾਂ ਇਸ਼ਨਾਨ ਪਾਣ ਕੀਤਿਆਂ ਤੂੰ ਭੋਜਨ ਛਕ ਗਿਆ। ਕਹਿੰਦੇ ਤੁਹਾਡੇ ਸਹਿਜ ਸੁਭਾਅ ਕਹੇ ਬੋਲ ਉਹ ਦਲਿਦਰੀ, ਕਹਿੰਦੇ ਪਾਤਸ਼ਾਹ ਅਜੇ ਤੱਕ ਦਲਿੱਦਰ ਮੇਰਾ ਖਹਿੜਾ ਨਹੀਂ ਪਿਆ ਛੱਡਦਾ। ਕਹਿੰਦੇ ਉਹ ਤੁਹਾਡੇ ਸਹਿਜ ਸੁਭਾਅ ਬੋਲ ਕਹੇ ਦਲਿੱਦਰ ਮੇਰੇ ਮਗਰੋਂ ਨਹੀਂ ਲੈਣ ਡਿਆ। ਤੇ ਕਹਿੰਦੇ ਹੁਣ ਤੁਸੀਂ ਕਿਰਪਾ ਕਰੋ। ਕਹਿੰਦੇ ਉਸੇ ਥਾਂ ਤੇ ਬੈਠਿਆਂ ਹੋਇਆਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਆਪਣੇ ਮੀਤ ਆਪਣੇ ਦੋਸਤ ਦੀ ਪੱਤ ਰੱਖਦਿਆਂ, ਕਹਿੰਦੇ ਹੁਣ ਜਦੋਂ ਬਖਸ਼ਿਸ਼ਾਂ ਕਰਨ ਲੱਗੇ ਕੋਲੋਂ ਆ ਕੇ ਰੁਕਮਣੀ ਨੇ ਰੋਕਿਆ। ਇਧਰੋਂ ਬੈਠੇ ਹੋਏ ਹਨ, ਉਧਰੋਂ ਬਖਸ਼ਿਸ਼ਾਂ ਕਰਨ, ਤੇ ਇਧਰੋਂ ਫਿਰ ਦੂਸਰੇ ਪਾਸੇ ਸਦਾਮੇ ਦੇ ਘਰ ਜਿਹੜੀ ਕੱਖਾਂ ਦੀ ਕੁੱਲੀ ਸੀ ਉਹਦੇ ਮਹਿਲ ਬਣ ਗਏ। ਬੱਚਿਆਂ ਦੀ ਜਿਹੜੀ ਹਾਲਤ ਸੀ ਉਹਦੇ ਵਿੱਚ ਵੀ ਸੁਧਾਰ ਹੋਇਆ। ਵਾਪਸ ਆਏ ਸੁਦਾਮਾ, ਜਦੋਂ ਤੁਰਨ ਲੱਗੇ ਉਸ ਥਾਂ ਤੋਂ ਮਨ ਵਿੱਚ ਸੋਚਣ ਲੱਗੇ ਵੀ ਇਹਨਾਂ ਨੇ ਕੋਈ ਬਖਸ਼ਿਸ਼ ਤਾਂ ਕੀਤੀ ਨਹੀਂ। ਤੇ ਜਦੋਂ ਵਾਪਸ ਆਏ ਘਰ ਆਏ ਵੇਖਿਆ ਜਿਹੜੀ ਥਾਂ ਤੇ ਆਪਣਾ ਛੰਨ ਪਈ ਹੋਈ ਸੀ, ਵੱਡੇ ਵੱਡੇ ਮਹਿਲ ਪੈ ਗਏ। ਘਰ ਆਣ ਕੇ ਵੇਖਿਆ ਕਿ ਸਾਰਾ ਕੁਝ ਹੀ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਬਖਸ਼ਿਸ਼ਾਂ ਨਾਲ ਨਵਾਜ ਦਿੱਤਾ। ਮਹਾਰਾਜ ਕਹਿੰਦੇ ਤੂੰ ਦੋਸਤ ਬਣਾ ਤਾਂ ਸਹੀ, ਤੂੰ ਤਾਂ ਦੋਸਤ ਬਣਾਇਆ ਹੀ ਨਹੀਂ ਉਸ ਭਗਵਾਨ ਨੂੰ, ਤੂੰ ਤਾਂ ਉਸ ਨੂੰ ਦੋਸਤ ਅਜੇ ਬਣਾਇਆ ਹੀ ਨਹੀਂ। ਤੇਰੀ ਤਾਂ ਟੇਕ ਹੀ ਸੰਸਾਰ ਦੇ ਉੱਪਰ ਹੈ। ਉਸ ਆਪਣੇ ਮਿੱਤਰ ਨੂੰ ਭਗਵਾਨ ਨੂੰ ਦੋਸਤ ਬਣਾ। ਮਹਾਰਾਜੀਆਂ ਦੇ ਪਾਵਨ ਪਵਿੱਤਰ ਬੋਲ ਜਾ ਕਾ ਮੀਤ ਸਾਜਨ ਹੈ ਸਮੀਆਂ, 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 ਜਾ ਕਾ ਮੀਤ ਸਾਜਨ ਹੈ ਸਮੀਆਂ। ਤਿਸ ਜਨ ਕੋ ਕਹੋ ਕਾ ਕੀ ਕਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ, ਤਿਸ ਜਨ ਕੋ ਕਹੋ ਕਾ ਕੇ ਕਮੀਆਂ, ਤਿਸ ਜਨ ਕੋ ਕਹੋ ਕਾ ਕੇ ਕਮੀਆਂ। ਮਹਾਰਾਜ ਪੁੱਛਦੇ ਨੇ ਦੱਸੋ ਭਾਈ ਕੋਈ ਉਹਨਾਂ ਨੂੰ ਕਮੀ ਹੈ? ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿੱਤ ਹਰ, ਉਹ ਭਗਤਾਂ ਦਾ ਮਿੱਤਰ ਹੈ। ਸਭ ਕੋਈ ਹਰ ਕੈ ਵਸ,
ਭਗਤਾਂ ਕੈ ਆਨੰਦ ਘਰ। ਉਸ ਹਰੀ ਦੇ ਵਸ ਵਿੱਚ ਸਭ ਕੁਝ ਹੈ, ਸਭ ਕੋਈ ਹਰ ਕੈ ਵਸ। ਭਗਤਾਂ ਕਾ ਆਨੰਦ ਘਰ, ਉਹਦੇ ਭਗਤਾਂ ਦੇ ਹਿਰਦਿਆਂ ਦੇ ਅੰਦਰ ਸਦੀਵੀ ਖੇੜਾ, ਸਦੀਵੀ ਆਨੰਦ ਹੈ। ਹਰ ਭਗਤਾਂ ਕਾ ਮੇਲੀ ਸਰਬਤ, ਸੋ ਨਿਸੁਲ ਜਨ ਟੰਗ ਧਾਰ। ਤੇ ਕਹਿੰਦੇ ਭਗਤ ਵੀ ਫਿਰ ਆਪਣੇ ਮੀਤ ਨਾਲ, ਆਪਣੇ ਮਿੱਤਰ ਨਾਲ ਜੁੜ ਕੇ ਇੰਨੇ ਬੇਪਰਵਾਹ ਹੋਏ। ਹਰ ਭਗਤਾਂ ਕਾ ਮੇਲੀ ਸਰਬਤ, ਉਹਨਾਂ ਨੂੰ ਪਤਾ ਹੈ ਸਾਡਾ ਮੀਤ ਉਹ ਹੈ ਜਿਹੜਾ ਸਾਰੇ ਪਾਸੇ ਰਵਿਆ ਹੋਇਆ ਹੈ। ਸੌ ਨਿਸੁਲ ਜਨ ਟੰਗ ਧਾਰ, ਕਹਿੰਦੇ ਉਹ ਬੇਪਰਵਾਹ ਹੋ ਕੇ ਸੌਂਦੇ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਦੇ ਅਰਥ ਕੀਤੇ, ਕਹਿੰਦੇ ਉਹ ਬੇਪਰਵਾਹ ਹੋ ਕੇ ਸੌਂਦੇ ਹਨ। ਉਹ ਬੇਪਰਵਾਹੀ ਦੀ ਨੀਂਦ ਸੌਂਦੇ ਹਨ। ਕੌਣ? ਕਹਿੰਦੇ ਜੀ ਭਗਤ। ਆਪਾਂ ਕੋਈ ਦੋਸਤ ਬਣਾਈਏ ਵੀ ਫਲਾਣੇ ਦੋਸਤ ਬਣਾਇਆ ਵੀ ਚੱਲ ਕੋਈ ਕੱਲ ਨੂੰ ਤਸੀਲੇ ਜਾਂ ਕਿਸੇ ਥਾਂ ਤੇ ਬੰਦੇ ਦੀ ਲੋੜ ਪੈਂਦੀ ਹੈ, ਉਹਦਾ ਕਿਆ ਹੋਇਆ ਜੀ? ਫਲਾਣੀ ਥਾਂ ਤੇ ਚੱਲਦਾ ਹੈ। ਉਹਦਾ ਕਿਆ ਹੋਇਆ? ਫਲਾਣੀ ਸਟੇਟ ਵਿੱਚ ਚੱਲਦਾ ਹੈ। ਤੇ ਮਹਾਰਾਜ ਕਹਿੰਦੇ ਜਾ ਕਾ ਕਹਿਆ ਦਰਗਾਹ ਚੱਲੈ। ਜਿਹਦਾ ਕਿਆ ਹੋਇਆ ਦਰਗਾਹ ਦੇ ਵਿੱਚ ਵੀ ਚੱਲਦਾ ਹੈ। ਇੱਥੇ ਤਾਂ ਜਿਹੜਾ ਚੱਲਣਾ ਹੈ, ਜਾ ਕਾ ਕਹਿਆ ਦਰਗਾਹ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਕਹਿੰਦੇ ਉਹਦਾ ਕਿਆ ਹੋਇਆ ਤਾਂ ਰੱਬ ਦੀ ਦਰਗਾਹ ਵਿੱਚ ਵੀ ਰੱਬ ਵੀ ਨਹੀਂ ਮੋੜਦਾ। ਇਹ ਤਾਂ ਸੰਸਾਰ ਹੈ ਨਾ। ਉਹਦਾ ਕਿਆ ਹੋਇਆ ਤਾਂ ਪ੍ਰਭੂ ਦੀ ਦਰਗਾਹ ਵਿੱਚ ਵੀ ਖਾਲੀ ਨਹੀਂ। ਹਰ ਭਗਤਾਂ ਕਾ ਮੇਲੀ ਸਰਬਤ, ਸੌ ਨਿਸੁਲ ਜਨ ਟੰਗ ਧਾਰ। ਕਹਿੰਦੇ ਉਹ ਬੇਪਰਵਾਹ ਹੋ ਕੇ, ਬੇਫਿਕਰੇ ਹੋ ਕੇ ਸੌਂਦੇ ਹਨ। ਕਿਉਂ? ਉਹਨਾਂ ਨੂੰ ਪਤਾ ਹੈ ਪਰਿਪੂਰਨ ਪਰਮਾਤਮਾ ਸਿਰ ਦਾ ਸਾਈਂ ਉਹ ਰਾਖਾ ਹੈ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਉਹ ਸਾਰਿਆਂ ਦਾ ਪਰਿਪੂਰਨ ਪਰਮਾਤਮਾ ਖਸਮ, ਸਿਰ ਦਾ ਸਾਈਂ, ਹਰ ਸਭਨਾ ਕਾ ਹੈ ਖਸਮ। ਸੋ ਭਗਤ ਜਨ ਚਿਤ ਕਰ, ਜਿਹੜੇ ਭਗਤ ਜਨ ਹੈਨ ਉਹ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਵਸਾਉਂਦੇ ਹਨ। ਤੁਧ ਆਪੜ ਕੋਇ ਨਾ ਸਕੈ, ਸਭ ਝਾਖ ਝਾਖ ਪਾਵੈ ਝਾੜ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ, ਤੁਧ ਆਪੜ ਕੋਈ ਨਾ ਸਕੈ। ਆਪ ਜੀਆਂ ਦੀ ਬੇਅੰਤਤਾ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਤੁਧ ਆਪੜ ਕੋਈ ਨਾ ਸਕੈ, ਸਭ ਝਾਖ ਝਾਖ ਪਵੈ ਝਾੜ। ਕਹਿੰਦੇ ਕੋਈ ਵੀ ਆਪ ਜੀਆਂ ਦੇ ਅੰਤ ਦਾ, ਬੇਅੰਤਤਾ ਦਾ ਕੋਈ ਵੀ ਆਪ ਜੀਆਂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਲੋਕਾਈ ਖੱਪ ਖੱਪ ਕੇ ਰਹਿ ਗਈ ਹੈ, ਝੱਕ ਝੱਕ ਕੇ ਰਹਿ ਗਈ ਹੈ, ਪਰ ਆਪ ਜੀਆਂ ਦੇ ਬੇਅੰਤਤਾ ਦਾ ਕੋਈ ਵੀ ਥਾਂ ਨਹੀਂ ਪਾ ਸਕਿਆ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਪੌੜੀ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਹੇ ਭਾਈ, ਉਸ ਪਰਿਪੂਰਨ ਪਰਮਾਤਮਾ ਨੂੰ ਤੂੰ ਆਪਣਾ ਬਣਾ। ਉਹ ਪਰਿਪੂਰਨ ਪਰਮਾਤਮਾ ਜਿਸ ਦਾ ਇੱਕ ਵਾਰੀ ਹੋ ਗਿਆ, ਫਿਰ ਉਸ ਨੂੰ ਕਿਸੇ ਵੀ ਬਾਤ ਦੀ ਕੋਈ ਵੀ ਕਮੀ ਨਹੀਂ। ਉਸ ਨੂੰ ਕੋਈ ਵੀ ਫਿਰ ਜੀਵਨ ਵਿੱਚ ਪਰਵਾਹ ਨਹੀਂ। ਕਿਉਂ? ਪ੍ਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚੈ ਨਾਹੀ। ਉਹ ਪਰਿਪੂਰਨ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਹੋ ਜਾਂਦੇ ਹਨ। ਸੋ ਸਾਧ ਸੰਗਤ ਜੀਓ, ਇੱਥੇ ਹੀ ਪਾਵਨ ਪਵਿੱਤਰ ਵਿਚਾਰਾਂ ਦੀ ਸਮਾਪਤੀ ਹੈ, ਸਮਾਂ ਸਮਾਪਤ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦ, ਜਿਨ੍ਹਾਂ ਦੀ ਵਿਚਾਰ ਆਪ ਸੰਗਤ ਦੇ ਗੁਰ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਕੀਤੀ ਹੈ। ਸੋ ਸੰਗਤਾਂ ਪੁੱਛ ਵੀ ਰਹੀਆਂ ਸਨ। ਜੋ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਹੈੱਡ ਗ੍ਰੰਥੀ ਸਾਹਿਬ, ਕਥਾਵਾਚਕ ਸਾਹਿਬ, ਉਹ ਇਹਨਾਂ ਦਿਨਾਂ ਦੇ ਦੌਰਾਨ ਸਾਧ ਸੰਗਤ ਜੀਓ ਲਗਭਗ 20-25 ਦਿਨਾਂ ਵਾਸਤੇ ਵਿਦੇਸ਼ ਗਏ ਹੋਏ ਹਨ।
ਉਹਨਾਂ ਤੋਂ ਬਾਅਦ ਜੋ ਵੀ ਗੁਰਮੁਖ ਪਿਆਰੇ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਪਾਵਨ ਪਵਿੱਤਰ ਗੁਰਬਾਣੀ ਕੀ ਸੇਵਾ ਕਰਨਗੇ ਉਹਨੇ ਦਿਨਾਂ ਦੇ ਵਾਸਤੇ। ਸੋ ਸਾਧ ਸੰਗਤ ਜੀਓ ਇੱਥੇ ਹੀ ਖਿਮਾ ਬਖਸ਼ਣੀ। ਫਤਿਹ ਪ੍ਰਵਾਨੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।